एक ओंकार सतगुर प्रसाद। दुर्मत बाधा सरपन खादा, मन मुख खोया गुरमुख लादा। सतगुर मिले अंधेरा जाए, नानक होमै मेट समाए। सतगुर मिले अंधेरा जाए, नानक होमै मेट समाए। परम सत्कारी गुरु महाराज जी दे पावन पवित्र वचन श्रवण कर रहे सत्संगी जनों, आओ रसना पवित्र करो, हाजरियां लगाओ। सारे आखो जी वाहिगुरु जी का खालसा, वाहिगुरु जी की फतेह। सतगुरुदेव महाराज की जय। श्री चंद्र भगवान साहिब जी की जय। गरीब नवाज सतगुरु शब्द गुरु अवतार कलयुग के बोहित अपने ते अपार बख्शिश कर रहे ने। जेड़े महान सिद्ध महात्मा संत सिख गुरु प्यारे जो संसार विच होए, जिन्हां ने परमेश्वर नूं प्राप्त किया, उन्हां सरबत दे भले दी भावना नूं जाणदे होए आउण वाले लोकां वास्ते जिन्हां ने हले जन्म लैना सी, उन्हां नूं पता सी संसार चल रहा है। उन्हां दे मार्गदर्शन वास्ते बड़ा एक उत्तम ते सुखाला तरीका लभ्या गया। वो तरीका सी अपने तजर्बे नूं, अपनी कीती हुई कमाई नूं, अपने पावन पवित्र उपदेश नूं सदियां तक जो आउण वाली लुकाई दे काम आ सके, ज्ञान का साधन बन सके, उन्होंने लिखत राही शब्द के रूप विच, गुरबाणी के रूप विच, बाणी के रूप विच लिखना कीता। लिख करके जो भी उदों दे साधन सी, जो भी शाही दा कागज दा जो भी उदों सुविधा सी, उन्होंने छोटे छोटे हिस्सियां दे विच वो पोथियां, गुटके सार, जिस तरह का भी साधन सी उस मुताबिक उन्होंने लिखिया। तो बड़ी महान कृपा की गुरु अर्जन देव महाराज जी ने। उन्होंने उन्हां संतां भगतां दी बाणी नूं एकत्र करके गुरु ग्रंथ साहिब महाराज दे विच मान सन्मान दिता। जिन्हां ने सच की गल की, झूठ नूं निकारिया। क्योंकि ग्रंथ की रचना करने वाले आप पूरे सन,
ਉਹਨਾਂ ਨੂੰ ਇਸ ਸ੍ਰਿਸ਼ਟੀ ਦਾ ਪੂਰਨ ਤੌਰ ਤੇ ਭੇਦ ਸੀ। ਉਹਨਾਂ ਨੂੰ ਸੱਚਾਈ ਪਤਾ ਸੀ, ਝੂਠ ਤੇ ਸੱਚ ਦਾ ਨਿਰਣਾ ਉਹਨਾਂ ਨੂੰ ਕਰਨਾ ਆਉਂਦਾ ਸੀ। ਇਸ ਕਰਕੇ ਉਹਨਾਂ ਨੇ ਜੋ ਸੱਚੀ ਬਾਣੀ ਸੀ, ਜੋ ਬ੍ਰਹਮ ਦੇ ਵਿਸ਼ੇ 'ਚ, ਪਰਮੇਸ਼ਰ ਦੇ ਵਿਸ਼ੇ 'ਚ, ਪ੍ਰਭੂ ਪਿਆਰ ਦੇ ਵਿੱਚ, ਰੱਬ ਨੂੰ ਮਿਲਣ ਦੇ ਵਿੱਚ, ਇਸ ਜੀਵਨ ਦਾ ਮਨੋਰਥ ਨੂੰ ਪ੍ਰਾਪਤ ਕਰਨ ਦੇ ਵਿੱਚ ਜੋ ਬਾਣੀ ਸਹਾਈ ਹੋ ਸਕੇ, ਉਹ ਸਾਰੀ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤੀ। ਇਸ ਤੋਂ ਇਲਾਵਾ ਵੀ ਉਹਨਾਂ ਨੇ ਚਾਰਾਂ ਵੇਦਾਂ ਨੂੰ ਮਾਨਤਾ ਦਿੱਤੀ ਗੁਰੂ ਕੀ ਬਾਣੀ ਵਿੱਚ, ਪੁਰਾਣਾਂ ਨੂੰ, ਸਿਮਰਤੀਆਂ ਨੂੰ, ਸਭ ਦੇ ਹਵਾਲੇ ਦਿੱਤੇ ਗਏ ਤੇ ਉਹਨਾਂ ਦੇ ਜਿਹੜੇ ਨਿਚੋੜ ਸੀ ਉਹ ਦੱਸੇ ਗਏ ਕਿ ਜੋ ਉਹ ਵੇਦ, ਉਹ ਪੁਰਾਣ, ਉਹ ਸਿਮਰਤੀਆਂ ਜੋ ਪੁਕਾਰ ਰਹੀਆਂ ਨੇ, ਮੂਲ ਕੇਂਦਰ ਉਹੀ ਬਾਤ ਹੈ। ਨਾਮ ਬਿਨਾ ਸਭ ਕੂੜ। ਉਹਨਾਂ ਕਿਹਾ ਨਾਮ ਤੋਂ ਬਗੈਰ ਬਾਕੀ ਸਭ ਕੁਝ ਝੂਠ ਹੈ। ਨਾਮ ਭਾਵ ਪਰਮੇਸ਼ਰ, ਰੱਬ। ਆਪ ਸਮਝਦੇ ਹੋ ਜੋ ਕਿਸੇ ਦਾ ਨਾਮ ਹੋਵੇ, ਉਹ ਨਾਮ ਦੇ ਪਿੱਛੇ ਜਿਹੜਾ ਉਹਦਾ ਕਾਰਨ ਹੁੰਦਾ ਹੈ, ਜੋ ਜਿਹੜੀ ਚੀਜ਼ ਦਾ ਉਹ ਨਾਮ ਹੁੰਦਾ ਹੈ, ਉਹ ਨਾਲ ਜੁੜਿਆ ਹੁੰਦਾ ਹੈ। ਆਪਾਂ ਕਹਿ ਦਿੰਦੇ ਆ ਇਹ ਰਾਮ ਸਿੰਘ ਹੈ, ਤੇ ਰਾਮ ਸਿੰਘ ਕੱਲਾ ਅੱਖਰ ਤੋਂ ਨਹੀਂ ਹੈ ਨਾ। ਜੇ ਕੱਲਾ ਅੱਖਰ ਹੈ ਫਿਰ ਤਾਂ ਉਹਦਾ ਕੋਈ ਮਤਲਬ ਨਹੀਂ। ਰਾਮ ਸਿੰਘ ਭਾਵ ਉਹ ਮਨੁੱਖ ਜਿਹਦਾ ਨਾਮ ਹੈ, ਸ਼ਾਮ ਸਿੰਘ ਉਹ ਮਨੁੱਖ। ਇਸ ਕਰਕੇ ਨਾਮ ਨਾਮੀ ਦਾ, ਪ੍ਰਭੂ ਦਾ, ਪਰਮਾਤਮਾ ਦਾ ਨਾਮ ਦਾ ਭਾਵ ਬ੍ਰਹਮ, ਪਰਮੇਸ਼ਰ, ਸਤਿਗੁਰੂ, ਅਕਾਲ ਪੁਰਖ, ਸ੍ਰਿਸ਼ਟੀ ਦਾ ਮਾਲਕ। ਤੇ ਉਹਦੇ ਵਿੱਚ ਜਿੰਨੇ ਅਭੇਦ ਹੋ ਗਏ, ਭਾਵੇਂ ਉਹ ਮਨੁੱਖਾ ਜਾਮੇ ਜਨਮ ਲਿਆ ਉਹਨਾਂ ਨੇ, ਕੁਛ ਧੁਰੋਂ ਅਵਤਾਰ ਆਏ ਤੇ ਕਈਆਂ ਪ੍ਰਾਣੀਆਂ ਨੇ, ਕਈਆਂ ਰੂਹਾਂ ਨੇ, ਕਈਆਂ ਆਤਮਾਵਾਂ ਨੇ ਇੱਥੇ ਆ ਕੇ ਬੰਦਗੀ ਕਰਕੇ ਆਪਣੇ ਆਪ ਨੂੰ ਮਹਾਨ ਬਣਾ ਕੇ ਉਸ ਬ੍ਰਹਮ ਵਿੱਚ ਭੇਦ ਕਰ ਲਿਆ। ਉਹਨਾਂ ਵਿੱਚ ਤੇ ਬ੍ਰਹਮ ਵਿੱਚ ਵੀ ਕੋਈ ਭੇਦ ਨਹੀਂ ਰਿਹਾ। ਸੋ ਇਹ ਬੜਾ ਵੱਡਾ ਸਾਡੇ ਕੋਲ ਸਰੋਤ ਹੈ, ਜੋ ਗ੍ਰੰਥ ਨੇ, ਧਾਰਮਿਕ ਗ੍ਰੰਥ ਨੇ, ਇਹ ਬੜਾ ਵੱਡਾ ਸਰੋਤ ਹੈ। ਲੇਕਿਨ ਅਫਸੋਸ ਇੱਥੇ ਹੁੰਦਾ ਹੈ ਜਿੱਥੇ ਜਾ ਕੇ ਅਸੀਂ ਉਹਨਾਂ ਦਾ ਸਹੀ ਉਪਯੋਗ ਨਹੀਂ ਕਰ ਰਹੇ, ਉਹਨਾਂ ਦੀ ਵਰਤੋਂ ਨਹੀਂ ਸਹੀ ਹੋ ਰਹੀ। ਅਸੀਂ ਕੇਵਲ ਪੜ੍ਹਨ ਤੇ ਸੁਣਨ ਤੱਕ ਸੀਮਤ ਰਹਿ ਗਏ ਹਾਂ। ਬਸ ਰਾਮਾਇਣ ਦੇ ਪਾਠ ਤੁਹਾਨੂੰ ਆਮ ਹੁੰਦੇ ਮਿਲ ਜਾਣਗੇ। ਕੋਈ ਵੀ ਧਾਰਮਿਕ ਕਾਰਜ ਕਰਨਾ ਹੋਵੇ, ਗੀਤਾ ਦਾ ਪਾਠ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ, ਸੁਖਮਣੀ ਸਾਹਿਬ ਦਾ ਪਾਠ, ਅਸੀਂ ਉਹਨਾਂ ਨੂੰ ਬੜੀ ਵਿਧੀ ਨਾਲ, ਸਾਫ਼ ਸੁਥਰੇ ਤਰੀਕੇ ਨਾਲ, ਸ਼ੁੱਧਤਾ ਨਾਲ ਪੜ੍ਹਦੇ ਹਾਂ। ਪਰ ਇਸ ਤੋਂ ਇੱਕ ਕਦਮ ਅੱਗੇ ਹੋਰ ਤੁਰਨਾ ਸੀ। ਇਹ ਧਰਮ ਦੇ 4 ਪਦ ਨੇ। ਗੁਰਬਾਣੀ ਦੇ ਵਿੱਚ ਲਾਵਾਂ ਦਾ ਪਾਠ ਹੈ, ਉਹ 4 ਲਾਵਾਂ ਨੇ। ਵਰਤੋਂ ਵਾਸਤੇ ਅਸੀਂ ਉਹਨੂੰ ਸ਼ਾਦੀ ਤੇ ਵਰਤਦੇ ਹਾਂ। 4 ਪ੍ਰਕਰਮਾ ਕਰਕੇ 4 ਲਾਵਾਂ ਲੈ ਕੇ ਪਤੀ ਪਤਨੀ ਆਪਸ ਵਿੱਚ ਬੰਧ ਜਾਂਦੇ ਨੇ, ਉਹਨਾਂ ਦਾ ਰਿਸ਼ਤਾ ਬਣ ਜਾਂਦਾ ਹੈ। ਪਰ ਕਦੇ ਧਿਆਨ ਨਾਲ ਪੜੋ, ਉਹ ਪਰਮਾਤਮਾ ਨੂੰ ਮਿਲਣ ਦੇ 4 ਪਦ ਨੇ, 4 ਅਵਸਥਾ ਨੇ। ਉਹ ਜਿਹੜੀ ਪਹਿਲੀ ਅਵਸਥਾ ਹੈ ਉਹ ਹੈ ਸਰੀਰ ਕਰਕੇ ਧਾਰਮਿਕ ਹੋਣਾ। ਸਰੀਰ ਕਰਕੇ ਬਾਹਰੋਂ, ਆਪਣੇ ਬਾਹਰੋਂ ਹਲੇ ਅੰਦਰ ਦਾ ਕੋਈ ਖੇਡ ਨਹੀਂ। ਲੋੜ ਮਹਿਸੂਸ ਕਰਨੀ ਕਿ ਮੈਂ ਕੋਈ ਧਾਰਮਿਕ ਸਥਾਨ, ਕੋਈ ਧਾਰਮਿਕ ਪੁਰਖ, ਕੋਈ ਧਾਰਮਿਕ ਮੰਦਰ, ਗਿਰਜਾ ਘਰ, ਮਸਜਿਦ ਢੂੰਡਾਂ। ਜਿੱਥੇ ਧਰਮ ਪੜਾਇਆ ਜਾਂਦਾ ਹੈ ਉੱਥੇ ਮੈਂ ਇਹ ਸਰੀਰ ਨੂੰ ਲੈ ਕੇ ਜਾਵਾਂ, ਤਾਂ ਜੋ ਉੱਥੇ ਧਰਮ ਪੜਨ ਵਾਸਤੇ ਮੇਰਾ ਮਨ, ਮੇਰੀ ਬੁੱਧੀ, ਮੇਰੀ ਸੁਰਤ ਰਾਜੀ ਹੋ ਸਕੇ।
ਉੱਥੇ ਜਾ ਕੇ ਫਿਰ ਅਸੀਂ ਜੋ ਪੜ੍ਹਾਇਆ ਜਾ ਰਿਹਾ ਹੁੰਦਾ ਹੈ, ਜੋ ਉੱਥੇ ਨਿਯਮ ਮੰਦਰ ਦੇ ਹਿਸਾਬ ਨਾਲ, ਗੁਰਦੁਆਰੇ ਦੇ ਹਿਸਾਬ ਨਾਲ, ਗਿਰਜਾ ਘਰ ਦੇ ਹਿਸਾਬ ਨਾਲ ਜੋ ਹੋ ਰਿਹਾ ਹੁੰਦਾ, ਉਹਦੇ ਵਿੱਚ ਸਰੀਰ ਕਰਕੇ ਸ਼ਾਮਲ ਹੋ ਜਾਂਦੇ ਹਾਂ। ਜਦੋਂ ਸਰੀਰ ਕਰਕੇ ਅਸੀਂ ਸ਼ਾਮਲ ਹੋ ਜਾਂਦੇ ਹਾਂ ਤੇ ਸਰੀਰ ਉਹਨੂੰ ਸਮਝਦਾ ਹੈ। ਜਿੱਥੇ ਸਰੀਰ ਸਮਝਦਾ ਹੈ ਉੱਥੇ ਸਾਡੇ ਅੰਦਰ ਇੱਕ ਚੇਤਾ ਸ਼ਕਤੀ ਹੈ, ਬੁੱਧੀ ਹੈ। ਸਰੀਰ ਦਾ ਕੰਮ ਸੀ ਇਸ ਬੁੱਧੀ ਨੂੰ, ਇਸ ਮਨ ਨੂੰ ਉੱਥੇ ਲੈ ਗਿਆ, ਚਲੇ ਗਿਆ। ਹੁਣ ਜਦੋਂ ਉਸ ਧਰਮ ਦਾ ਜੋ ਸਰੋਤ ਹੈ, ਚਾਹੇ ਉਹ ਗ੍ਰੰਥ ਹੈ, ਭਾਵੇਂ ਉਹ ਕੋਈ ਅਰਦਾਸ ਹੈ, ਭਾਵੇਂ ਪ੍ਰੇਰ ਹੈ, ਭਾਵੇਂ ਉਹ ਸਾਧਨਾ ਹੈ, ਜੋ ਵੀ ਸਰੋਤ ਹੈ, ਜੋ ਵੀ ਉੱਥੇ ਪੜ੍ਹਾਇਆ ਜਾਂਦਾ ਹੈ, ਉਸ ਗੱਲ ਨੂੰ ਸਮਝਣਾ, ਉਹ ਗੱਲ ਹੋ ਕੀ ਰਹੀ ਹੈ। ਜੇ ਉੱਥੇ ਕੋਈ ਮਹਾਤਮਾ, ਸੰਤ ਮਹਾਤਮਾ ਪ੍ਰਵਚਨ ਦੇ ਰਹੇ ਨੇ, ਇਸ ਗੱਲ ਦੀ ਗਰੰਟੀ ਹੈ ਕਿ ਉਹਨਾਂ ਨੇ ਵੀ ਪਹਿਲਾਂ ਇਹ ਸਾਰੇ ਗ੍ਰੰਥ, ਇਹ ਧਰਮ ਪੜ੍ਹਿਆ ਹੈ। ਧਰਮ ਪੜ੍ਹ ਕੇ ਹੁਣ ਜੋ ਗ੍ਰੰਥ ਵਿੱਚ ਲਿਖਿਆ ਉਹਨਾਂ ਨੂੰ ਸਭ ਕੁਝ ਅਭਿਆਸ ਹੋ ਚੁੱਕਿਆ, ਤੇ ਉਹ ਵੀ ਪਹਿਲਾਂ ਆਏ ਜਗਿਆਸੂ ਨੂੰ ਪਹਿਲੇ ਸਿਰੋਂ ਹੀ ਨਹੀਂ ਕਹਿ ਦਿੰਦੇ ਤੂੰ ਅੱਖਾਂ ਬੰਦ ਕਰਕੇ ਬਹਿ ਜਾ। ਪਹਿਲਾਂ ਉਹਨੂੰ ਹੌਲੀ ਹੌਲੀ ਸੇਵਾ ਚਲਾਉਂਦੇ ਆ, ਹੌਲੀ ਹੌਲੀ ਉਹਦਾ ਮਨ ਨੂੰ ਰਾਜੀ ਕਰਦੇ ਆ ਵੀ ਚਲੋ ਅੱਜ ਵੀ ਆਇਆ, ਕੱਲ ਵੀ ਆਇਆ, ਪਰਸੋਂ ਵੀ ਆਇਆ। ਇਹ ਨਿਯਮ ਬਣੇ ਆ ਸਾਡੇ ਪੁਰਾਣੇ। ਧਰਮਸ਼ਾਲਾ ਦੇ ਵਿੱਚ, ਮੱਠਾਂ ਵਿੱਚ ਪਹਿਲਾਂ ਬੰਦਾ ਜਾ ਕੇ ਸਭ ਤੋਂ ਪਿਛਲੀ ਲਾਈਨ ਵਿੱਚ ਬੈਠਦਾ ਹੈ, ਵੇਖਦਾ ਇੱਥੇ ਹੋ ਕੀ ਰਿਹਾ। ਹੌਲੀ ਹੌਲੀ ਕਰਕੇ ਲਾਈਨ ਬਦਲਦਾ ਆਉਂਦਾ, ਜਦੋਂ ਗੱਲ ਸਮਝਦੀ ਆਉਂਦੀ ਹੈ, ਪਹਿਲੀ ਤੋਂ ਦੂਜੀ, ਦੂਜੀ ਚੋਂ ਪਹਿਲੀ, ਪਿਛਲੇ ਪਾਸੋਂ ਅੱਗੇ ਨੂੰ ਆਉਣਾ ਸ਼ੁਰੂ ਕਰਦਾ ਹੈ, ਨੇੜੇ ਆਉਂਦਾ ਹੈ। ਪਰ ਉਹ ਨੇੜੇ ਕਿਉਂ ਆਉਂਦਾ? ਜਦੋਂ ਉਹਨੂੰ ਗੱਲ ਸਮਝ ਆਉਂਦੀ, ਜਦੋਂ ਉਹਨੂੰ ਪਤਾ ਲੱਗਦੀ ਹੈ ਵੀ ਇਹ ਤਾਂ ਮੇਰੀ ਗੱਲ ਹੋ ਰਹੀ ਹੈ, ਇਹ ਤਾਂ ਮਨੁੱਖ ਦੀ ਗੱਲ ਹੋ ਰਹੀ ਹੈ, ਜਗਿਆਸੂ ਦੀ ਗੱਲ ਹੋ ਰਹੀ ਹੈ, ਸਾਂਝੀ ਗੱਲ ਹੋ ਰਹੀ ਹੈ। ਇਹ ਫਿਰ ਚਾਰ ਪਦ ਨੇ, ਚਾਰ ਅਵਸਥਾ ਨੇ, ਜਿਹੜੀਆਂ ਸਮੇਂ ਸਮੇਂ ਸਿਰ ਬਦਲਦੀਆਂ ਰਹਿੰਦੀਆਂ ਨੇ। ਜਿਵੇਂ ਜਿਵੇਂ ਤੁਸੀਂ ਪੜ੍ਹਾਈ ਕਰਦੇ ਜਾਓਗੇ, ਜਿਵੇਂ ਤੁਸੀਂ ਪਹਿਲਾਂ ਬੱਚਿਆਂ ਨੂੰ ਕ੍ਰਚ ਵਿੱਚ ਪਾਉਂਦੇ ਹੋ, ਸਿਰਫ ਉੱਥੇ ਬਹਿਣਾ ਉੱਠਣਾ ਸਿਖਾਇਆ ਜਾਂਦਾ ਹੈ। ਫਿਰ ਤੁਸੀਂ ਬੱਚਿਆਂ ਨੂੰ ਕਿਸੇ ਸਕੂਲ ਵਿੱਚ ਪਾ ਦਿੰਦੇ ਹੋ, ਜਿੱਥੇ ਪ੍ਰੋਪਰ ਉਹਨਾਂ ਨੂੰ ਯੂਨੀਫਾਰਮ ਪਾ ਕੇ, ਉਹਨਾਂ ਨੂੰ ਕਿਤਾਬਾਂ ਭਾਵੇਂ ਛੋਟੀਆਂ ਲੱਗਦੀਆਂ ਨੇ, ਉਹਨਾਂ ਨੂੰ ਪੈਨਸਲ ਨਾਲ, ਰੇਜ਼ਰ, ਰਬੜ ਨਾਲ ਲੈ ਕੇ ਉਹਨਾਂ ਨੂੰ ਉੱਥੇ ਥੋੜਾ ਬਹੁਤਾ ਬੋਧ ਕਰਾਇਆ ਜਾਂਦਾ ਹੈ ਕਿ ਤੁਸੀਂ ਪੜ੍ਹਨ ਆ ਗਏ ਹੋ, ਸਕੂਲ ਚ ਆਏ ਹੋ, ਇਹ ਤੁਹਾਡਾ ਬੈਗ ਹੈ, ਇਹ ਤੁਹਾਡੀਆਂ ਕਿਤਾਬਾਂ ਨੇ, ਇਹ ਬੈਂਚ ਹੈ, ਇਹ ਤੁਹਾਡਾ ਟੀਚਰ ਹੈ। ਮੁੱਢਲੇ ਦੋ ਚਾਰ ਸ਼ਬਦ ਹਾਏ, ਹੈਲੋ, ਨਮਸਤੇ, ਸਤਿ ਸ੍ਰੀ ਅਕਾਲ, ਜੋ ਵੀ ਹੈ ਸਿਖਾਇਆ ਜਾਂਦਾ ਹੈ, ਸਤਿਕਾਰ, ਬਹਿਣਾ ਉੱਠਣਾ। ਫਿਰ ਇਸੇ ਤਰ੍ਹਾਂ ਅੱਗੇ ਹੌਲੀ ਹੌਲੀ ਫਿਰ ਭਾਸ਼ਾ ਦਾ ਗਿਆਨ, ਭਾਸ਼ਾ ਦਾ ਜਦੋਂ ਗਿਆਨ ਆ ਜਾਂਦਾ ਹੈ ਤੇ ਫਿਰ ਭਾਸ਼ਾ ਦੇ ਗਿਆਨ ਤੋਂ ਬਾਅਦ ਅੱਗੇ ਕੀ ਸ਼ੁਰੂ ਹੁੰਦਾ ਹੈ? ਦੂਜੇ ਪਦ ਤੇ ਆ ਗਿਆ ਮੈਂ। ਫਿਰ ਅੱਗੇ ਇਹ ਹੁੰਦਾ ਜੋ ਉਹਦੇ ਵਿੱਚ ਲਿਖਿਆ ਜਾ ਰਿਹਾ ਹੈ ਉਹਨੂੰ ਦ੍ਰਿੜ ਕਰਨਾ, ਉਹਨੂੰ ਸਮਝਣਾ ਵੀ ਉਹ ਕੀ ਲਿਖਿਆ ਜਾ ਰਿਹਾ ਹੈ। ਜੇ ਕਿਹਾ ਜਾ ਰਿਹਾ ਹੈ ਗਾਵੀਏ, ਸੁਣੀਏ, ਮਨ ਰੱਖੀਏ ਭਾਉ, ਤੁਸੀਂ ਸੋਚੋ ਇਹ ਕੀ ਕਿਹਾ ਜਾ ਰਿਹਾ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਧਰਮ ਜਗਤ ਦਾ ਸਿੱਖੀ ਵਿੱਚ ਪਹਿਲਾ ਪਾਠ ਪੜਾਇਆ ਜਾਂਦਾ, ਇਹਨੂੰ ਮੂਲ ਮੰਤਰ ਕਿਹਾ ਜਾਂਦਾ। ਸਭ ਤੋਂ ਪਹਿਲਾਂ ਜਦੋਂ ਮਾਂ ਧਰਮ ਸਿਖਾਉਂਦੀ ਹੈ ਬੱਚੇ ਨੂੰ ਤੇ ਇਹ ਮੂਲ ਮੰਤਰ ਸਿਖਾਉਂਦੀ ਹੈ, ਜਿਹੜੀ ਗੁਰੂ ਨਾਨਕ ਪਾਤਸ਼ਾਹ ਵੇਈ ਨਦੀ ਚੋਂ ਜਦੋਂ ਤੀਜੇ ਦਿਨ ਨਿਕਲੇ, ਇਤਿਹਾਸ ਕਹਿੰਦਾ ਹੈ ਸਭ ਤੋਂ ਪਹਿਲਾਂ ਇਹ ਮੰਤਰ ਗੁਰ ਪ੍ਰਸਾਦ ਤੱਕ ਲੈ ਕੇ ਆਏ ਸੀ। ਬਾਣੀ ਦਾ ਆਰੰਭ ਫਿਰ ਇਸ ਤੋਂ ਅੱਗੇ ਹੋਇਆ ਸੀ ਤੇ ਇਹੀ ਸੰਸਾਰ ਦਾ ਮੂਲ ਹੈ।
ਇਹਨੂੰ ਇਸੇ ਕਰਕੇ ਮੂਲ ਮੰਤਰ ਕਿਹਾ ਜਾਂਦਾ ਹੈ। ਇਹ ਮੂਲ ਹੀ ਇਹੀ ਹੈ, ਇਹਦੇ ਵਿੱਚ ਸਾਰੀ ਭਗਤੀ ਛੁਪੀ ਹੋਈ ਹੈ, ਇਹਦੇ ਵਿੱਚ ਸੰਪੂਰਨਤਾ ਹੀ ਹੈ, ਆਰੰਭ ਵੀ ਹੈ ਤੇ ਸੰਪੂਰਨਤਾ ਹੀ ਵੀ ਹੈ। ਬਾਕੀ ਫਿਰ ਸਾਰਾ ਅੱਗੇ ਇਸ ਮੂਲ ਮੰਤਰ ਦੀ ਵਿਆਖਿਆ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ। ਜਿਵੇਂ ਵੇਦਾਂ ਤੇ ਸ਼ਾਸਤਰਾਂ ਵਿੱਚ ਗਿਆਤਰੀ ਮੰਤਰ ਹੈ ਨਾ, ਓਮ ਭੂਰਭੁਵ ਸਵਹ ਤਤ ਸਵਿਤਰ ਵਰੇਣੀਯਮ ਭਰਗੋ ਦੇਵਸਯ ਧੀਮਹਿ ਧੀਓ ਯੋ ਨః ਪ੍ਰਚੋਦਯਾਤ। ਉਹ ਹੁਣ ਕੀ ਹੈ? ਉਹ ਮੰਤਰ ਹੈ, ਸਾਡਾ ਮੂਲ ਮੰਤਰ ਹੈ, ਉਹ ਗਿਆਤਰੀ ਮੰਤਰ ਹੈ। ਜੋ ਤੁਹਾਨੂੰ ਪੰਜਾਬੀ ਦੇ ਵਿੱਚ ਇਹ ਮੂਲ ਮੰਤਰ ਸਮਝਾ ਰਿਹਾ ਹੈ, ਉਥੇ ਆਪਣੀ ਭਾਸ਼ਾ ਦੇ ਵਿੱਚ, ਵੇਦ ਵਿੱਚ, ਸ਼ਾਸਤਰ ਦੀ ਭਾਸ਼ਾ ਦੇ ਵਿੱਚ ਵੀ ਇਹੀ ਗੱਲ ਕਹੀ ਜਾ ਰਹੀ ਹੈ, ਕੋਈ ਫਰਕ ਨਹੀਂ ਹੈ। ਇਥੇ ਓਮਕਾਰ ਕਿਹਾ ਜਾ ਰਿਹਾ ਹੈ, ਉਥੇ ਓਮ ਕਿਹਾ ਜਾ ਰਿਹਾ ਹੈ। ਇਸ ਸੰਸਾਰ ਦਾ ਮਾਲਕ, ਧਰਤੀ ਦਾ ਮਾਲਕ, ਖੰਡਾਂ ਤੇ ਬ੍ਰਹਿਮੰਡਾਂ ਦਾ ਮਾਲਕ ਕੌਣ ਹੈ? ਓਮ, ਇੱਕ ਓੰਕਾਰ। ਇੱਕ, ਉਹ ਇੱਕ ਹੈ, ਉਹ ਵੱਖਰੀ ਗੱਲ ਹੈ। ਇੱਕ ਹੈ, ਅਨੇਕ ਹੈ, ਅਨੇਕ ਹੈ ਫਿਰ ਇੱਕ ਹੈ। ਇੱਕ ਤੋਂ ਅਨੇਕ ਬਣ ਜਾਂਦਾ ਹੈ, ਅਨੇਕਾਂ ਤੋਂ ਫਿਰ ਇੱਕ ਬਣ ਜਾਂਦਾ ਹੈ। ਇੱਕ ਬੀਜ ਦੇ ਵਿੱਚ ਵ੍ਰਿਕਸ਼ ਛਪਿਆ, ਬੀਜ ਦੇ ਵਿੱਚ ਉਹ ਬੀਜ ਜਦੋਂ ਬੀਜਦੇ ਆ ਵ੍ਰਿਕਸ਼ ਬਣਦਾ ਹੈ, ਅਨੇਕਾਂ ਪੱਤੀਆਂ ਫਲ ਫੁੱਲ ਪੈਦਾ ਕਰਕੇ ਫਿਰ ਉਹ ਬੀਜ ਹੀ ਬਣ ਜਾਂਦਾ ਹੈ। ਉਹ ਦਰਖਤ ਫਿਰ ਬੀਜ ਬਣ ਜਾਂਦਾ ਹੈ। ਤੁਸੀਂ ਕਣਕ ਦਾ ਬੀਜ ਬੀਜਦੇ ਹੋ, ਗੇਹੂੰ, ਇੱਕ ਦਾਣਾ ਬੀਜਦੇ ਹੋ, ਉਹ ਅਖੀਰ ਫਿਰ ਕੀ ਬਣ ਜਾਂਦੀ ਹੈ? ਜੋ ਬੀਜਦੇ ਹੋ ਉਹੀ ਉਹ ਫਿਰ ਬਣ ਜਾਂਦੀ ਹੈ। ਅਗਲੇ ਸਾਲ ਫਿਰ ਤੁਸੀਂ ਬੀਜ ਦਿੰਦੇ ਹੋ। ਮੱਕੀ ਦਾ ਦਾਣਾ ਬੀਜਦੇ ਹੋ, ਕਿੰਨਾ ਕੁਛ ਉਹ ਪੌਦੇ ਤੇ, ਕਿੰਨੇ ਰੰਗ, ਕਿੰਨਾ ਰੂਪ, ਕਿੱਡਾ ਆਕਾਰ ਬਣ ਜਾਂਦਾ ਉਹਦਾ। ਹਰਾ ਚਾਰਾ ਵੀ ਬਣ ਜਾਂਦਾ ਉਹਦੇ ਤੋਂ। ਉਹਨੂੰ ਕੱਚਿਆ ਵੀ ਖਾਇਆ ਜਾਂਦਾ ਹੈ, ਭੁੰਨ ਕੇ ਵੀ ਖਾਇਆ ਜਾਂਦਾ ਹੈ, ਬਾਲਣ ਦੇ ਰੂਪ ਚ ਵੀ ਕਿੰਨੇ ਰੂਪ ਬਣ ਜਾਂਦੇ ਨੇ। ਤੇ ਕਿੰਨਾ ਪੈਦਾ ਹੋਣ ਤੋਂ ਬਾਅਦ ਤੇ ਆਪਣੀ ਸੰਪੂਰਨਤਾ ਹੀ ਹੋਣ ਤੋਂ ਬਾਅਦ ਉਹ ਕਿੰਨੇ ਰੂਪ ਬਦਲਦੀ ਏ, ਪਰ ਅਖੀਰ ਨੂੰ ਫਿਰ ਉਹ ਮੱਕੀ ਦਾ ਦਾਣਾ ਮੱਕੀ ਹੀ ਬਣ ਜਾਂਦਾ ਹੈ। ਦੋਵਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਵਿਖਸ਼ੈ ਅੰਤਰਜਾਮੀ। ਉਹ ਦੋਵਾਂ ਸਿਰਿਆਂ ਦਾ ਆਪ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਅਖੀਰ ਤੋਂ ਲੈ ਕੇ ਸ਼ੁਰੂ ਤੱਕ, ਇਹ ਦੋਵਾਂ ਪਾਸਿਆਂ ਦਾ ਉਹ ਆਪ ਹੀ ਮਾਲਕ ਹੈ। ਇੱਕ ਤੋਂ ਫਿਰ ਅਨੇਕ ਹੈ, ਅਨੇਕ ਤੋਂ ਫਿਰ ਇੱਕ ਹੈ। ਉਹ परमात्मा खुदा भगवान है। वो किसी ने बनाया नहीं, उन्होंने किसी ने बनाया नहीं, वो अपने आप तो प्रकाश है। कार वो सदीव काल है, ये नहीं अज हैगा ते कल नूं नहीं होएगा, ऐसा नहीं है। वो लगातार है, वो शुरू तो चले आदि काल तो तुरे और वो ब्रह्म रूप दे विच अगे पसरदा ही जा रहा है। असीम है, ਉਹਦਾ अंत कोई नहीं, ਉਹਦਾ पारावार कोई नहीं। ਉਹਨੂੰ बड़े खोजदे थक गए पर वो किसी दी खोज विच नहीं आया, खोज विच वो किसी दी नहीं आया, पर वो इको तरीके नाल पकड़ विच आया जदों कोई ਉਹਦੇ विच अभेद हो जाता है, मिट के ਉਹਦੇ विच समा जाता है। राम नूं जानण दी कोशिश करोगे, राम जानण विच तुहानूं पता नहीं लगेगा। इसे करके कहते हैं ना, भगती ज्ञान का विषय नहीं है, विद्वता का विषय नहीं है, सोझी का विषय, जागृत का विषय। इसे करके तो विज्ञान इनू पकड़ च नहीं आया। विज्ञानी इनू दुनियावी मत नाल खोजते ने, वो शुरू च फेल हो जाते हैं।
ਉਹਨਾਂ ਨੂੰ ਅੱਗੇ ਤੁਰਨ ਦਾ ਕੋਈ ਜ਼ਰੀਆ ਹੀ ਨਹੀਂ ਲੱਭਦਾ। ਤੇ ਉਹਨਾਂ ਦੇ ਉਲਟ ਮੁਕਾਬਲੇ ਵਿੱਚ ਜਿਹੜਾ ਵੀ ਬੰਦਾ ਧਈਆ ਕਰਕੇ ਬਹਿ ਗਿਆ, ਜਿਹੜਾ ਧਰਮ ਅਨੁਸਾਰ ਜਿਹਨੇ ਇਹ ਧਾਰਨਾ ਬਣਾ ਲਈ ਕਿ ਮੈਂ ਉਸ ਪ੍ਰਭੂ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਉਹਦੇ ਵਿੱਚ ਸਮਾਉਣਾ ਹੈ। ਜਦੋਂ ਬੰਦਾ ਸਮਾ ਗਿਆ, ਪ੍ਰਾਪਤ ਕਰ ਲਿਆ, ਇੱਕੋ ਹੀ ਗੱਲ ਹੈ। ਉਦੋਂ ਮਿਲਣਾ ਹੈ, ਇੱਕ ਰੂਪ ਹੋਣਾ ਹੈ, ਤਾਂ ਉਹ ਹੋ ਹੀ ਜਾਏਗਾ। ਉਹ ਵੱਖਰੀ ਗੱਲ ਹੈ, ਇੱਕ ਜਨਮ ਲੱਗ ਜਾਣ, ਭਾਵੇਂ 2 ਲੱਗ ਜਾਣ, 3 ਲੱਗ ਜਾਣ, ਹੋ ਜਾਏਗਾ। ਜਿਹੜੇ ਦੂਰ ਅੰਦੇਸ਼ੀ ਮਹਾਤਮਾ ਨੇ, ਜਿਨ੍ਹਾਂ ਨੂੰ ਜਨਮਾਂ ਜਨਮਾਂ ਦੀ ਸੋਝੀ ਹੈ, ਉਹਨਾਂ ਨੇ ਲਿਖ ਦਿੱਤਾ ਹੈ ਕਿ ਜਨਮ ਭਾਵੇਂ 2 ਲੈਣੇ ਪੈ ਜਾਣ, 3 ਲੈਣੇ ਪੈ ਜਾਣ, 4 ਲੈਣੇ ਪੈ ਜਾਣ, ਪਰ ਐਸਾ ਨਹੀਂ ਹੈ ਕਿ ਉਹਦੀ ਪ੍ਰਾਪਤੀ ਨਹੀਂ ਹੋਈ। ਸਮਾਂ ਭਾਵੇਂ ਥੋੜਾ ਵੱਧ ਲੱਗ ਜਾਏ, ਪਰ ਪ੍ਰਾਪਤੀ ਹੁੰਦੀ ਹੈ। ਉਹ ਇੱਕ ਤਾਰ ਚੱਲ ਰਿਹਾ ਤੇ ਬਰਾਬਰ ਵਰਤ ਰਿਹਾ, ਉਹਦਾ ਕਾਨੂੰਨ ਸਭ ਲਈ ਇੱਕ ਹੈ। ਸਤਨਾਮ ਉਹ ਸੱਚਾ ਹੈ, ਉਹ ਝੂਠਾ ਨਹੀਂ ਹੈ, ਉਹ ਨਕਲੀ ਨਹੀਂ ਹੈ, ਅਸਲੀ ਹੈ। ਉਹ ਸੁਪਨਾ ਨਹੀਂ ਹੈ, ਉਹ ਹਕੀਕਤ ਹੈ। ਉਹ ਜਿਵੇਂ ਜੀਵਨ ਸਮਾਪਤ ਹੋ ਜਾਂਦਾ ਹੈ ਤੁਹਾਡਾ, ਉਹ ਜੀਵਨ ਸਮਾਪਤ ਨਹੀਂ ਹੁੰਦਾ ਉਹਦਾ, ਉਹ ਸੱਚਾ ਹੈ। ਉਹਦੇ ਕਿਸੇ ਵੀ ਕਾਨੂੰਨ ਨੂੰ, ਉਹਦੇ ਕਿਸੇ ਵੀ ਰੂਪ ਨੂੰ, ਉਹਦੇ ਕਿਸੇ ਵੀ ਬਚਨ ਨੂੰ, ਜਿਹਨੇ ਉਹਨੂੰ ਪ੍ਰਾਪਤ ਕਰ ਲਿਆ, ਤੁਸੀਂ ਉਹਦੇ ਕਿਸੇ ਬਚਨ ਨੂੰ ਝੂਠਾ ਨਹੀਂ ਕਰ ਸਕਦੇ। ਉਹ ਸੱਚ ਹੈ, ਨਾਮੀ ਹੈ, ਉਹ ਮਾਲਕ ਹੈ। ਸਤਨਾਮ ਉਹ ਖੁਦ ਮਾਲਕ ਹੈ। ਪਰਮਾਤਮਾ ਦਾ ਦੂਜਾ ਨਾਮ ਹੀ ਸਤ ਹੈ। ਪਰਮਾਤਮਾ ਦਾ ਦੂਸਰਾ ਨਾਮ ਸਤ ਹੈ। ਉਹ ਕਰਤਾ ਹੈ, ਕਰਤਾ ਕਰੇ ਸੋ ਹੋਏ। ਉਹ ਕਰਤਾ ਹੈ, ਉਹ ਆਪ ਦੇ ਫੈਸਲੇ ਕਿਸੇ ਦੂਜੇ ਤੇ ਨਹੀਂ ਛੱਡਦਾ। ਉਹ ਕਿਸੇ ਦੇ ਪ੍ਰਭਾਵ ਵਿੱਚ ਫੈਸਲੇ ਨਹੀਂ ਲੈਂਦਾ। ਉਹ ਖੁਦ ਮੁਖਤਿਆਰ ਹੈ। ਉਹਨੂੰ ਪਤਾ ਹੈ ਮੈਂ ਜਿਹੜੀਆਂ ਰੀਤੂ ਬਦਲਦੀਆਂ ਨੇ ਇਹ ਕਿਵੇਂ ਬਦਲਦੀਆਂ ਨੇ, ਫਲ ਫੁੱਲ ਕਿਵੇਂ ਲਾਉਣੇ ਨੇ, ਦਿਨ ਤੇ ਰਾਤ ਨੂੰ ਕਿੱਦਾਂ ਚਲਾ ਰਿਹਾ, ਸੂਰਜ ਤੇ ਚੰਦਰਮਾ ਉਹਦੇ ਭੈ ਦੇ ਵਿੱਚ ਖੜੇ ਕਿਵੇਂ ਉਹਦੀ ਆਗਿਆ ਵਿੱਚ ਖੜੇ ਨੇ। ਗगन में थाल रव चंद दीपक बने तारका मंडल जनक मोती। अनेक ही तारे ते चंद्रमा ओदी आरती पे करदे ने। ये सारी प्रकृति ओनू गा रही है, वो सब दा करता। वो किसी नू बीज दे रूप विच मिट्टी विच बीज रहा है ते ओनू उगा रहा है। किते वो अंडियां तो पैदा कर रहे हैं, किते गर्भ तो पैदा कर रहे हैं, किसी नू मिट्टी चो पैदा कर रहे हैं, किसी नू अपने आप पैदा कर रहे हैं, किते बीज के पैदा किया जा रहा है। उन्हें हर चीज दे पैदा करने दा एक वखो वखरा ढंग बनाया हुआ है। वो जेड़े पैदा करन दे ओदे स्रोत ने, ये सारे उस स्रोतां दा मालिक करता है। निरभव वो किसी दे भै च काम नहीं करता। इस दुनिया ते तुसी देखोगे
ਹਰ ਕਿਸੇ ਨੂੰ ਕਿਸੇ ਨਾ ਕਿਸੇ ਦਾ ਭੈ ਜ਼ਰੂਰ ਹੁੰਦਾ ਹੈ। ਬੰਦਾ ਕਿੰਨਾ ਵੀ ਬਲਸ਼ਾਲੀ ਹੋਵੇ, ਕਿੰਨਾ ਤਾਕਤ ਹੋਵੇ, ਆਖਰ ਨੂੰ ਮੌਤ ਦਾ ਭੈ ਤਾਂ ਸਭ ਨੂੰ ਰਹਿੰਦਾ ਹੀ ਹੈ। ਉਹ ਤਾਂ ਸਭ ਨੂੰ ਪਤਾ ਹੈ ਵੀ ਮੈਨੂੰ ਕਿਸੇ ਨਹੀਂ ਬਚਾ ਸਕਣਾ। ਆਪਦੇ ਕਰਮਾਂ ਦਾ ਭੈ ਰਹਿੰਦਾ ਹੈ। ਕੋਈ ਨਾ ਕੋਈ ਮੇਰੇ ਨਾਲੋਂ ਤਕੜਾ ਪੈਦਾ ਹੋ ਸਕਦਾ, ਭੈ ਰਹਿੰਦਾ ਹੈ। ਹਰ ਚੀਜ਼ 'ਚ ਭੈ, ਉਹ ਨਿਰਭਉ ਹੈ। ਕਰਮਾਂ ਦੀ ਖੇਡ ਹੈ ਸਾਰੀ। ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਕਈ ਵਾਰੀ ਸਾਡੇ ਨਾਲ ਵਾਧਾ ਘਾਟਾ ਹੋ ਜਾਂਦਾ ਹੈ, ਅਸੀਂ ਕਹਿੰਦੇ ਹਾਂ ਮੇਰੇ ਕਰਮ ਹੀ ਮੇਰੇ ਦੁਸ਼ਮਣ ਬਣ ਗਏ, ਰੱਬ ਵੀ ਮੇਰਾ ਦੁਸ਼ਮਣ ਬਣ ਗਿਆ। ਰੱਬ ਨਹੀਂ ਬਣਿਆ, ਇਹ ਤੇਰਾ ਬੀਜਿਆ ਹੈ। ਜੇ ਤੂੰ ਭਲਾ ਕਰਮ ਕਰਦਾ, ਚੰਗਾ ਬੀਜਦਾ ਤੇ ਚੰਗਾ ਉਗਦਾ। ਕਰੋੜਾਂ ਅਰਬਾਂ ਦੀ ਤਾਦਾਦ ਵਿੱਚ ਜੀਵ ਜੰਤੂ ਨੇ ਪੈਦਾ ਕੀਤੇ ਹੋਏ ਨੇ। ਤੇਰਾ ਉਹਦੇ ਨਾਲ ਕੀ ਵੈਰ ਹੈ? ਤੇਰੇ ਨਾਲ ਉਹ ਵੈਰ ਕਿਉਂ ਕਰੇਗਾ? ਤੂੰ ਜਿੰਨੇ ਵੀ ਜੀਵ ਨੇ ਸੰਸਾਰ ਦੇ ਵਿੱਚ ਨਿਗਾਹ ਮਾਰ ਕੇ ਵੇਖੋ, ਅਸੀਮ ਨੇ, ਗਿਣਤੀ ਤੋਂ ਬਾਹਰ ਨੇ। ਫਿਰ ਇੱਕ ਜੀਵ ਨਾਲ ਉਹ ਬੁਰਾ ਕਿਉਂ ਕਰੇਗਾ? ਇਹ ਕਰਮ ਆਪੋ ਆਪਣੇ, ਕਰਮੀ ਆਪੋ ਆਪਣੇ, ਕੇ ਨੇੜੇ ਕੇ ਦੂਰ। ਕਰਮ ਨੇ ਫੁੱਟਣਾ ਹੈ, ਭਾਗ ਕਰਮ ਨੇ ਬਣਨਾ ਹੈ, ਫਲ ਕਰਮ ਨੇ ਦੇਣਾ ਹੈ। ਜੋ ਬੀਜਾਂਗੇ ਉਹੀ ਉਗੇਗਾ। ਕਿੱਕਰ ਬੀਜਾਂਗੇ ਕਿੱਕਰ ਉਗ ਆਏਗਾ, ਖਜੂਰ ਬੀਜਾਂਗੇ ਖਜੂਰ ਉਗ ਜਾਏਗੀ। ਬਸ ਸਿੱਧਾ ਜਿਹਾ ਹਿਸਾਬ ਹੈ। ਤੇ ਬੀਜਣਾ ਕਿਵੇਂ ਹੈ? ਤੁਹਾਡੀ ਸੁਰਤ ਨੇ, ਤੁਹਾਡੇ ਧਿਆਨ ਨੇ, ਤੁਹਾਡੇ ਮਨ ਨੇ, ਤੁਹਾਡੇ ਸੁਭਾਅ ਨੇ। ਔਰ ਬਹੁਤ ਸਾਰੇ ਸਤਸੰਗ ਵਿੱਚ ਇਹ ਬਚਨ ਕਰ ਚੁੱਕੇ ਹਾਂ, ਸੁਭਾਅ ਨੂੰ ਬਦਲਣ ਵਾਸਤੇ ਧਰਮ ਹੈ। ਸੁਭਾਅ ਨੂੰ ਬਦਲਣ ਵਾਸਤੇ ਧਰਮ ਹੈ। ਉਹ ਸਮੇਂ 'ਚ ਨਹੀਂ ਹੈ, ਅਕਾਲ ਮੂਰਤ ਹੈ, ਕਿਸੇ ਜੂਨੀ 'ਚ ਨਹੀਂ ਹੈ, ਆਪਣੇ ਆਪ ਤੋਂ ਪ੍ਰਕਾਸ਼ ਹੈ। ਤੇ ਜੋ ਵੀ ਉਹਦਾ ਵਰਤਾਰਾ ਵਰਤ ਰਿਹਾ, ਸਾਰਾ ਉਹਦਾ ਪ੍ਰਸਾਦ ਹੀ ਹੈ। ਇਹ ਸਾਰੀਆਂ ਉਹਦੀਆਂ ਦਾਤਾਂ ਹੀ ਨਹੀਂ। ਕਿਸੇ ਨੂੰ ਚੰਗੀਆਂ ਦੇ ਰਿਹਾ, ਕਿਸੇ ਨੂੰ ਕਰਮਾਂ ਅਨੁਸਾਰ ਜੋ ਦੇਣਾ ਉਹ ਦੇ ਰਿਹਾ, ਪਰ ਦੇ ਉਹੀ ਰਿਹਾ। ਦੁੱਖ ਸੁੱਖ ਦੋਏ ਕੱਪੜੇ ਪਹਿਰੇ ਜਾਏ ਮਨੁੱਖ। ਦੋਵੇਂ ਕੱਪੜੇ ਪਰਮੇਸ਼ਰ ਦੇ ਘਰੋਂ ਆਉਂਦੇ ਨੇ। ਇਹ ਨਹੀਂ ਕਿ ਦੁੱਖ ਵਾਲਾ ਪਾਉਣ ਵਾਲਾ ਕੋਈ ਹੋਰ ਹੈ, ਸੁੱਖ ਵਾਲਾ ਕੋਈ ਹੋਰ। ਉਹਨੇ ਆਪਣੇ ਸੰਸਾਰ ਨੂੰ ਇੱਕ ਨਿਯਮ 'ਚ ਬੰਨਿਆ ਹੈ, ਨਿਯਮਾਂ ਅਵਾਲੀ ਬਣਾਈ ਹੈ, ਕਾਨੂੰਨ ਬਣਾਇਆ ਹੈ। ਉਹ ਕਾਨੂੰਨ ਮੁਤਾਬਕ ਬ੍ਰਹਿਮੰਡ ਚੱਲ ਰਿਹਾ ਹੈ। ਤੇ ਗ੍ਰੰਥ ਤੁਹਾਨੂੰ, ਗੁਰਬਾਣੀ ਤੁਹਾਨੂੰ, ਸ਼ਾਸਤਰ ਤੁਹਾਨੂੰ, ਮਹਾਤਮਾ ਤੁਹਾਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਸਮਝਾ ਰਹੇ ਕਿ ਬੰਦਿਆ ਸਮਝ ਜਾਣ, ਇਹਨੂੰ ਜਾਣ। ਚਾਹੇ ਕੋਈ ਮਹਾਤਮਾ ਸਤਸੰਗ ਕਰ ਰਿਹਾ, ਸਤਸੰਗ ਕਾਹਦੇ ਵਿੱਚੋਂ ਕਰ ਰਿਹਾ? ਬ੍ਰਹਮ ਚੋਂ। ਗ੍ਰੰਥ ਵਿੱਚ ਕੀ ਹੈ? ਬ੍ਰਹਮ। ਸ਼ਾਸਤਰ ਵਿੱਚ ਕੀ ਹੈ? ਬ੍ਰਹਮ। ਗੀਤਾ ਵਿੱਚ ਕੀ ਹੈ? ਬ੍ਰਹਮ। ਬ੍ਰਹਮ ਦਾ ਗਿਆਨ ਹੈ। ਗੱਲ ਜਿੱਥੋਂ ਮਰਜ਼ੀ ਸ਼ੁਰੂ ਕਰ ਲਈਏ, ਗੱਲ ਬ੍ਰਹਮ ਦੀ ਚੱਲੇਗੀ। ਧਰਮ ਦੇ ਵਿੱਚ ਬ੍ਰਹਮ ਤੋਂ ਬਗੈਰ ਗੱਲ ਚੱਲ ਹੀ ਨਹੀਂ ਸਕਦੀ ਕਿਸੇ ਦੀ। ਸਤਸੰਗ ਦੇ ਵਿੱਚ ਬ੍ਰਹਮ ਤੋਂ ਬਗੈਰ ਕੁਝ ਹੋਰ ਹੋਣਾ ਹੀ ਨਹੀਂ। ਜਿਹਦੇ ਵਿੱਚ ਬ੍ਰਹਮ ਨਹੀਂ ਹੈ ਉਹ ਸਤ ਨਹੀਂ ਹੈ। ਜਿਹਦੇ ਵਿੱਚ ਬ੍ਰਹਮ ਨਹੀਂ ਹੈ ਉਹ ਸਤ ਨਹੀਂ ਹੈ। ਕਿਉਂਕਿ ਬ੍ਰਹਮ ਅਮਰ ਹੈ, ਬ੍ਰਹਮ ਅੰਮ੍ਰਿਤ ਹੈ। ਬਾਕੀ ਸਭ ਨੇ ਮਰਨਾ ਹੈ। ਨਹੀਂ ਮਰਨਾ ਤੇ ਬ੍ਰਹਮ ਨੇ ਨਹੀਂ ਮਰਨਾ। ਜੇ ਸਥਾਈ ਹੈ ਤੇ ਬ੍ਰਹਮ ਸਥਾਈ ਹੈ। ਤੇ ਜਿਹਨੇ ਮਰਨਾ ਹੈ ਉਹ ਝੂਠਾ ਹੈ। ਇਸ ਕਰਕੇ ਜਦੋਂ ਸਤ ਦੀ ਗੱਲ ਚੱਲੇਗੀ
ਤੇ ਸਤ ਤੇ ਬ੍ਰਹਮ ਇੱਕੋ ਹੀ ਚੀਜ਼ ਨੇ। ਸਤ ਤੇ ਬ੍ਰਹਮ ਇੱਕੋ ਹੀ ਚੀਜ਼ ਨੇ। ਹੁਣ ਬ੍ਰਹਮ ਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਉਪਦੇਸ਼ ਕਰਦੇ ਨੇ, ਇਸ਼ਾਰੇ ਦਿੰਦੇ ਨੇ। ਅਸੀਂ ਉਹਨਾਂ ਬਚਨਾਂ ਨੂੰ ਧਿਆਨ ਨਾਲ, ਗਹਿਰਾਈ ਨਾਲ ਸਮਝਣਾ ਹੁੰਦਾ, ਉਹਨੂੰ ਜਲਦੀ ਨਾਲ ਪੜ੍ਹ ਕੇ ਅੱਗੇ ਨਹੀਂ ਲੰਘ ਜਾਣਾ। ਸਾਡਾ ਵੱਡਾ ਰੋਗ ਕੀ ਹੈ? ਵੱਡਾ ਰੋਗ ਇਹ ਹੈ ਕਿ ਬੰਦਾ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਤੀਜੀ ਤੋਂ ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਜਾਣਕਾਰੀ ਸਾਰੀਆਂ ਇਕੱਠੀਆਂ ਕਰਦਾ ਜਾ ਰਿਹਾ। ਸਤਸੰਗ ਸਾਰੇ ਸੁਣਦਾ ਹੈ, ਪ੍ਰੈਕਟੀਕਲ ਨਹੀਂ ਹੈ। ਪ੍ਰੈਕਟੀਕਲ ਨਹੀਂ। ਹੁਣ ਤੁਹਾਨੂੰ ਸਾਬਣ ਵੀ ਦੇ ਦਈਏ, ਸਰਫ ਵੀ ਦੇ ਦਈਏ, ਪਾਣੀ ਵੀ ਦੇ ਦਈਏ, ਤੇ ਜੇ ਤਾਂ ਬਾਹਰੋਂ ਕੋਈ ਕੱਪੜਾ ਧੋਣ ਦੀ ਜ਼ਰੂਰਤ ਹੁੰਦੀ, ਮੰਨ ਲਓ ਤੁਹਾਡਾ ਬਾਹਰ ਵਾਲਾ ਕੱਪੜਾ ਹੁੰਦਾ ਤੇ ਕੋਈ ਦੂਜਾ ਧੋ ਦਿੰਦਾ। ਜਿਵੇਂ ਬੱਚਾ ਕੱਪੜਾ ਮੈਲਾ ਕਰਕੇ ਆਉਂਦਾ ਹੈ ਤੇ ਮਾਂ ਧੋ ਹੀ ਦਿੰਦੀ ਹੈ। ਅੱਜ ਕੱਲ ਸੁਵਿਧਾ ਹੈ, ਅਸੀਂ ਕਿਰਾਏ ਤੇ ਧਵਾ ਲੈਂਦੇ ਹਾਂ, ਮਸ਼ੀਨਾਂ ਆ ਗਈਆਂ ਨੇ, ਮਸ਼ੀਨਾਂ ਧੋ ਦਿੰਦੀਆਂ ਨੇ। ਹੁਣ ਜਿਹੜੀ ਚੀਜ਼ ਧੋਣੀ ਹੈ ਉਹ ਮਨੁੱਖ ਦੇ ਅੰਦਰ ਹੈ। ਗੱਲ ਸਮਝਣਾ। ਦੋ ਨੁਕਤੇ ਵੱਡੇ ਨੇ ਜਿਨ੍ਹਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇੱਕ ਤਾਂ ਗ੍ਰੰਥ ਕਹਿ ਕੀ ਰਿਹਾ, ਬਾਣੀ ਕਹਿ ਕੀ ਰਹੀ ਹੈ, ਧਰਮ ਕਹਿ ਕੀ ਰਿਹਾ, ਇਹਨੂੰ ਸਮਝੋ। ਜੇ ਅਸੀਂ ਕੇਵਲ ਪੜ੍ਹੀ ਜਾਾਂਗੇ, ਭਰੀਏ ਮਤ ਪਾਪਾ ਕੇ ਸੰਗੋ ਧੋਪੈ ਨਾਵੇਂ ਕੇ ਰੰਗ, ਭਰੀਏ ਮਤ ਪਾਪਾ ਕੇ ਸੰਗੋ ਧੋਪੈ ਨਾਵੇਂ ਕੇ ਰੰਗ। ਤੁਸੀਂ ਦੱਸੋ ਇਹਦੇ ਨਾਲ ਪਾਪ ਧੁੱਪ ਜਾਏਗਾ? ਜੇ ਇਹਦੇ ਨਾਲ ਪਾਪ ਧੁੱਪਦਾ ਤੇ ਜਿਹੜਾ ਤੁਹਾਨੂੰ ਪੜ੍ਹ ਪੜ੍ਹ ਕੇ ਸੁਣਾ ਰਿਹਾ ਹੈ, ਤੁਸੀਂ ਤਾਂ ਵਾਰੀ ਵਾਰੀ ਜਾਂਦੇ ਹੋ ਨਾ ਉੱਥੇ ਸੁਣਨ, ਤੇ ਜਿਹੜਾ ਉੱਥੇ ਪ੍ਰਬੰਧਕ ਹੁੰਦਾ ਹੈ, ਜਿਹੜਾ ਗੁਰਦੁਆਰੇ ਦਾ ਇੰਚਾਰਜ ਹੁੰਦਾ ਹੈ, ਗ੍ਰੰਥੀ ਸਿੰਘ, ਪਾਠੀ ਸਿੰਘ, ਕੀਰਤਨੀਆ, ਉਹ ਤਾਂ ਬੇਨਾਗਾ ਪੜ੍ਹਦਾ ਇਸ ਚੀਜ਼ ਨੂੰ। ਉਹ ਤਾਂ ਕਈ ਕਈ ਵਾਰੀ ਪੜ੍ਹਦਾ। ਤੁਸੀਂ ਜਿੰਨੀ ਵਾਰੀ ਜਾਓਗੇ ਉਹਨਾਂ ਨੂੰ ਕਹੋ ਹੁਕਮਨਾਮਾ ਸੁਣਾਓ, ਤੁਹਾਨੂੰ ਸੁਣਾਉਂਦੇ ਨੇ। ਤੁਸੀਂ ਗੁਰਦੁਆਰੇ ਜਾਣਾ ਭੁੱਲ ਜਾਓ, ਉਹਨਾਂ ਦੀ ਤਾਂ ਡਿਊਟੀ ਹੈ। ਤੇ ਕਿੰਨੇ ਪਿੰਡ ਵਿੱਚ ਘਰ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਗ੍ਰੰਥੀ ਕਿੰਨੇ ਖੰਡ ਪਾਠ ਕਰਦਾ ਹੋਏਗਾ, ਕਿੰਨੇ ਸਹਿਜ ਪਾਠ ਕਰਦਾ ਹੋਏਗਾ। ਤੇ ਤੁਸੀਂ ਕਿਸੇ ਵੀ ਗ੍ਰੰਥੀ ਸਿੰਘ ਤੋਂ ਪੁੱਛੋ ਕਿ ਇਹ ਤੁਹਾਡੇ ਅੰਦਰ ਸੱਚ ਆ ਗਿਆ, ਇਹ ਮੈਲ ਉਤਰ ਗਈ ਹੈ, ਨਿਮਰਤਾ ਆ ਗਈ ਹੈ, ਅਨਹਦ ਚੱਲ ਪਿਆ, ਸਮਾਧੀ ਲੱਗਦੀ ਹੈ, ਸੁੰਨ ਚ ਚਲੇ ਗਏ ਹੋ, ਆਨੰਦ ਆਉਂਦਾ ਹੈ, ਇਸ ਸੰਸਾਰ ਦੇ ਪ੍ਰਭਾਵ ਤੋਂ ਬਾਹਰ ਚਲੇ ਗਏ ਹੋ। ਇਹ ਜਿਹੜੇ ਸੰਸਾਰ ਦਾ ਪ੍ਰਭਾਵ ਹੈ, ਮਾਇਆ ਹੈ, ਰੂਪ ਹੈ, स्पर्श है, निंदिया चुगली है, जीव का रस है, ये खत्म हो गया। गल नवेड़िए नहीं होया, नहीं होया। एक संत महात्मा ने भी ये काम करके पहला वेख्या, एक एक शब्द नूं किन्नी किन्नी वारी जपना। ਅਸੀਂ ਆਪ ਆਪਣੇ ਜੀਵਨ ਵਿੱਚ ਇਹ ਕੀਤਾ ਹੈ, ਔਰ ਬੜੇ ਧਿਆਨ ਨਾਲ ਜਪਣਾ। ਇਹ ਨਹੀਂ ਕਿ ਐਵੇਂ ਮੂੰਹ ਨਾਲ ਜਪੀ ਜਾਣਾ, ਨਹੀਂ। ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਜਦੋਂ ਤੋਂ ਹੋਸ਼ ਆਈ ਹੈ ਉਦੋਂ ਤੋਂ ਜਪਦੇ ਆ ਰਹੇ ਆ ਬੜੇ ਧਿਆਨ ਨਾਲ।
पर जदों तक कोई गुरु संत महात्मा नहीं मिलिया उदों तक थिर घर का ज्ञान ही नहीं आया। जे थिर घर का ही ज्ञान नहीं तो बहन का ज्ञान की होएगा। देखो ना शब्द कह की रहा है, थिर कर बैसो हर जन प्यारे, हे हरि दे जन प्यारे। पढ़ने वाला मतलब जेड़ा है वो हरि दा जन है। मनुखी पढ़ेगा इन्हू, दूजा तो कोई पढ़ नहीं सकती जूनी। जन मतलब इंसान बंदा। हरि परमात्मा, हे हरि दे प्यारे जन। थिर घर दे विच बह, हुण थिर घर दे विच बहेगा बंदा ताई जे ओदी खोज करेगा। आपां कहिए किसी कमरे दे विच बह के भगती करया कर ते पहला कमरा बनावांगे ना, पहला इटां घड़ांगे, मुल लियावांगे, कोई कौला पिलर कढ़ांगे, छत पावांगे, 4 पैसे जोड़ांगे, फिर कमरा बनेगा। हुण थिर घर है किथे, इहदे विच बहना किवें है, बड़ा वड्डा विषय है। पंक्ति एक होंदी है, विआह करा लै। विआह कराउण वास्ते की चाहिदा है? उम्र चाहिदी है, घर चाहिदा है जिथे लिया के बिठाउणा है, लड़की चाहिदी है, उन्होंने खवाउणा भी है, पियाउणा भी है। फिर विआह तो बाद अगे जो बच्चे होने ने, अगे संतान होनी, उहदे लई कितनी तैयारी चाहिदी है। गल तां कल्ला कह देना है विआह करा लै। आपां कहता करोड़पति बन जा, ते करोड़पति एवें बन जांदा है। गल कह दित्ती, उहदा मतलब समझो की है। आपा कहता तू ब्रह्म देश का वासी हो जा, कि पौड़ी ला के छत ते चढ़ना है, भी 4 डंडे फड़ेगा ते छत ते बह जाएगा, ब्रह्म देश का वासी हो जाएगा। या बस लाएगा, टिकट कटाएगा ते किते पहाड़ ते जाके बह जाएगा। पहला खोजेगा ब्रह्म की है, उहदा देश केड़ा है, उथे जाण दा तरीका की, भेटा देनी पैंदी है ब्रह्म देश जाण वास्ते। ब्रह्म है कि शब्द एडा कह, 2 शब्द ने, थिर घर। पर इनू समझण वास्ते समा लग जाएगा, जानने वास्ते समा लग जाएगा। फिर जानन तो बाद फिर एदी प्राप्ति थिर घर दे विच बहण दी तैयारी बड़ी लंबी है। आपां बच्चे नूं कह दिंदे आ, छोटा जिहा हुंदा, लै भई तूं BA कर लई, BA तक पढ़ाई करेगा ये बच्चा। BA एवें हो जाती है, बैचलर डिग्री एवें हो जाती है। उहदे वास्ते नर्सरी तो लैके किन्ने 12-13 साल पढ़ाई करनी पैंदी। इसी तरह असी गल नूं समझिए, BA करन नाल कह देण नाल BA नहीं होनी, मकान पा लै, शादी करा लै कहण नाल नहीं होना। थिर घर दी खोज। ते महाराज कहंदे ने, एक शब्द भी तेनू समझ आ गया ना, एक शब्द सत शब्द की समझ आ गई। सत की है? मैं सत होना है। हुण मैं की हाँ? झूठ हाँ। किवें झूठ हाँ? मैं खत्म हो जाना, मैं सदीव काल नहीं हाँ। ये शरीर जेड़ा जो मैनू विखदा पियाले, जिहदा मैनू ज्ञान है, वो वखरी गल है। जिन्होंने अंदर का ज्ञान हो गया उन्होंने पता है मैं खत्म नहीं होना, चोड़ा बदलेगा। पर जो दुनियावी बंदा है उन्होंने केवल शरीर का ज्ञान है, और शरीर का ज्ञान जेड़ा शरीर है ये झूठ है। तुसी जदों पैदा होए सी ते बचपन तो जदों बिल्कुल छोटे जैसे कोई 1.5 किलो का कोई किलो का पैदा होंदा है, ते जदों तुसी तुरन लगे सी तुहानू तुरना किसी ने सिखाया सी भी उठ के तुर। जदों पैदा होए सी किसी ने कहा सी भी मां दा दुध ऐदां पीवीदा, उहदी किसी ने ट्रेनिंग दित्ती सी। बोलना किसी ने तुहाडे अंदर
कोई चिप पाई सी, रिकॉर्डिंग की सी बोलना सिखाने दी, कोई भाषा सीखी सी? नहीं। खाना भी आ गया, पीना भी आ गया, दंद आ गए, चबना आ गया, अखां दी निगाह वधी, देखना आ गया, कन्नां दी शक्ति वधी, सुनना आ गया। हौली हौली बालपन तो जवानी शुरू हो गई, जवानी का सारा बीतिया, अगे बुढ़ेपा आ गया। ते किथे जा रहे हो? एक दिन खबर आएगी फलाना सिंह पूरा हो गया, फलाना सिंह का देहांत हो गया, वो नहीं रहा दुनिया ते सच होया कि झूठ? हुण सच हो जो। किवें सच होवोगे? अपनी असलियत नूं जान लो। गल फिर कह दिया, शब्द छोटा ही है, दो मेन मुद्दे। एक ग्रंथ विच लिखिया की है, उन्होंने समझना, ते दूजा उन्होंने कमाउणा। उस पढ़ाई नूं पहला समझना, ये किहदे वास्ते है? मनुख वास्ते है। चाहे वो स्त्री है, चाहे वो बच्चा है, चाहे वो जवान है, चाहे वो बुजुर्ग है, जीवन के किसी भाग च भी है। जिन्ना काली ना रावे धौली रावे कोई, संभावना हौली हौली बेशक खत्म होती जाती है। जिन्हें काली दाढ़ी होएगी, जिन्हें उदों नहीं जपिया, वो कहते फिर जदों चिट्टी हो जाती है उदों कोई कोई जपदा है, गिनती थोड़ी रह जाती है, संभावना घट जाती है। वो कहते काली धौली साहिब सदा है। वो कहते रब तो सदा है, ये नहीं कि हुण चिट्टी हो गई है ते हुण रब दूर हो गया। ਉਹਦੀ डिस्टेंस, ਉਹਦਾ ਜਿਹੜਾ मिलन ਦਾ प्रोसीजर है वो तो सेम है, ਇੱਕੋ ही है। पर कर लो, जे तुसी काली च जवानी दे विच बचपन तो ही लैके ਇਹਦੀ तैयारी करोगे, ਤੁਹਾਡੇ ਕੋਲ ऊर्जा ज्यादा है, शक्ति ज्यादा है, ताकत ज्यादा है। काम भावें लम्मा भी होवे, कर्म भावें बुरे भी होण, मैल चार वध भी लगी होवे, उतर जाएगी। हुण साबण ते पानी सर्फ तुहानू दे दिता जाए ते बाहरला कपड़ा होवे ते मशीन नाल भी धुप जांदा है, किराए ते भी धुआ लईदा है, पर यह बाहर दा विषा नहीं है, यह विषा अंतःकरण दा है। ते तुहाडे अंदर दसो, कोई बंदा पानी सर्फ ले जाके किवें धो सकदा है तुहाडे अंदर नूं? इत्थे पानी ते सर्फ की है? गाविए, सुनिए, मन रखिए पाओ। शब्द, सुरत, ध्यान ते ओनू जपना, ऊर्जा नाल। जिहड़ी तुहानू रब ने शक्ति दिती है ना, बोलण दी, सोचण दी, श्वास लैण दी, ये पहला तुसी अपने मुख नाल उस शब्द नू बोलना। जानो एक ओंकार शब्द है, तुसी ओनू जपना है, एक ओंकार। जिवें जिवें इहनू बोलिया जा रहा है, नाल दी नाल अपने कन्नां नाल इस आवाज नू सुनो। हुण विधि यह है कि जे सुनोगे तो तुहाडी सुरत नाल रहेगी। जे खाली मुंह बोल रहा है तो सुनिया नहीं जा रहा, इसका मतलब सुरत किते सैर होर करदी पई। ध्यान जरूरी है, ध्यान तो बगैर वो सर्फ पानी अंदर नहीं जाएगा। जिहड़ा धोण वाला विम है, जिहड़ा मैल नूं कट्टण वाला जिहड़ा पदार्थ है, जिहड़ा साधन है अंतःकरण नूं साफ करने वाला, वो अंदर नहीं जाएगा, वो बार आवाज घूमती रहेगी। एक ओंकार तुहाडा बोलिया कोई दूजा फायदा ले सकता है, तुहानू नहीं होएगा। जिवें पार्वती जी सौ गए ते मेरे शिव भगवान
ब्रह्म विद्या देंदे रहे ते तोता लै गया। सुखदेव मुनि बन के वेद व्यास जी के घर जन्म लिया। अपनी पत्नी नहीं सुन सकी, दूजा सुन गया। वो श्रद्धा भावना नाल सुनदा रहा। भाग चंगे सी, भाग चंगे सी। इसी तरह कई बार पत्नी सुनती होंदी है ते पति नहीं सुनता, कई बार पति सुनता है ते पत्नी नहीं सुनती, कई बार पत्नी ज्ञानी है ते पति चेला है, किते पति ज्ञानी है ते पत्नी चेला है। इत्थे कोई रिश्तियां दा संबंध नहीं हैगा, ये तो जीव नूं जीव दा संबंध है। बस आत्मा नूं आत्मा दा संबंध है। एक आत्मा जाग गई, एक आत्मा वाली नहीं जागी। जिहड़ी जाग गई है वो यतन हमेशा करती रहती है कि दूसरी आत्मा जाग जाए। ये तो तुहाडे आपस में संसारक रिश्ते ने ना। तुहानू तो एक दूजे का मोह होना ही है। मां कहेगी मेरे पुत्र जाग जान, इन्हां ज्ञान आ जाए। जे माता कोले ब्रह्म का ज्ञान आ गया है, उसका सफर शुरू हो गया, तो वो चाहेगी मेरा सारा घर जुड़ जाए। पर इत्थे तक की हुंदा है, जदों किसी नूं ब्रह्म ज्ञान की बोध हो जाता है ना, ब्रह्म ज्ञान का परमात्मा प्राप्त हो जाता है, उदा फिर दुनियावी मन नहीं रहिंदा। ये जिहड़ी तुहाडी अज सोच है तेरा ते मेरे वाली, उत्थे खत्म हो जाती है। उत्थे फिर की हो जाता है, सारा ब्रह्मांड ही साडा परिवार बन जाता है। की जीव, की जंतु, की पौधे, की शरीर च कोई हैगा नहीं हैगा, भूत प्रेत, बीत गई रूहां, मलेश रूहां, जो भी कुछ हैगा। एक छोटा जिहा बीज है ना, हले वो नहीं फुटिया, उहदे ते भी संत दा, महात्मा दा, गुरुआं दा तरस हुंदा है। इनू किते मिट्टी च दब दिओ, ये उग पेगा। इनू पानी पा दिओ, वो आपदे पीण वाले पानी चों भी कई बारी पौधा सुकदा होवे ते ओनू पानी पा दिंदे ने भी कोई गल नहीं, सानू प्यास लगेगी असीं जर लांगे। इनू खरे कोई बेचारे नूं होर पाएगा कि नहीं पाएगा। पौधा सुकदा होवे, किसी दा दूजा पानी थोड़ी पाउंदा कोई। ऐसा तुहाडा हिरदा बन जाता है। उत्थे जदों तुसीं परमात्मा च अभेद होवोगे ना, ये सब तो वड्डी निशानी जे संत दी, महात्मा दी। कई लोग कहते ने महात्मा नूं किवें पहचाणीए, संत नूं किवें पहचाणीए। संत नूं पहचानण वास्ते तो संत बनना पएगा। पर जे मोटे तौर दे उत्ते तुसीं एक पंछी झात मारनी होवे, जो संत हुंदा है उहदा सुभाव रब वर्गा हुंदा है, ब्रह्म वर्गा हुंदा है। उहदे च तेर मेर नहीं हुंदी। सच झूठ दे फैसले करदा कड़क कड़क। झूठ का साथ नहीं किसी भी कंडीशन दे विच, चाहे सक्का किड्डा ही मित्र होवे पुराना, गोडे नाल गोडा ला के भगती कीती होवे, ते जदों वो मित्र झूठा हो जाएगा वो अपना पासा। झूठ की दीवार संत का सिदक सबर नहीं तोड़ सकती। झूठ के प्रभाव च नहीं आउंदा महात्मा। सो गल समझो, गल ए बचन ये है कि तुहाडा हिरदा मोह हो जाता है। वो किवें होएगा, जदों सुरत करके ये शब्द तुहाडे अंदर जाएगा, ये तुहाडे अंतःकरण दी मैल नूं धोएगा। जिवें जिवें ये शब्द चलेगा, ये फिर वही जो आरंभ विच कहा सी, इहदे चार अवस्था ने। पहली अवस्था शब्द तक पहुंचना, दूजी अवस्था शब्द ग्रहण करना, शब्द नूं धारण करना, उन्हों समझना, वो विधि समझनी, तरीका समझना, आरंभ कर देना, मुंह नाल बोलना शुरू कर देना, गुरु धारण कर लेना। कोई सतसंगी, सतसंग, कोई सत पढ़ाउण वाली पाठशाला, कोई सतपुरख,
ਲੱਭ ਲੈਣਾ। ਦੂਜੀ ਵਿਧੀ ਪਹਿਲੀ ਤਾਂ ਅਸੀਂ ਉਸ ਵਿਦਿਆਲਿਆ ਵੱਲ ਉਧਰ ਨੂੰ ਮੂੰਹ ਕੀਤਾ ਨਾ, ਅਸੀਂ ਉਸ ਬੱਸ 'ਚ ਚੜੇ ਆ। ਹੁਣ ਉਹ ਜਿਹੜਾ ਸਫ਼ਰ ਹੈ, ਉਹ ਸਫ਼ਰ ਸਾਡਾ ਸੌਖਾ ਹੋ ਜਾਏ, ਪੂਰਾ ਹੋ ਜਾਏ, ਫਿਰ ਸਾਨੂੰ ਉੱਥੇ ਇੱਕ ਮਿੱਤਰ ਦੀ, ਇੱਕ ਆਪਣੇ ਦੀ, ਇੱਕ ਭਰੋਸੇ ਵਾਲੇ ਦੀ, ਇੱਕ ਪਿਆਰ ਵਾਲੇ ਦੀ, ਕਹਿਣ ਦਾ ਭਾਵ ਇੱਕ ਬ੍ਰਹਮ ਦੀ ਜ਼ਰੂਰਤ ਹੁੰਦੀ ਹੈ ਜੋ ਸਰਗੁਣ ਰੂਪ ਵਿੱਚ ਸਰੀਰ ਵਿੱਚ ਹੋਵੇ, ਬ੍ਰਹਮੀ ਪਰ ਹੋਵੇ ਸਰੀਰ ਵਿੱਚ। ਔਰ ਜੋ ਸਰਗੁਣ ਨਿਰਗੁਣ ਨਿਰੰਕਾਰ ਦਾ ਸਫ਼ਰ ਤੈਅ ਕਰ ਚੁੱਕਾ ਹੋਗਾ, ਚਲੋ ਥੋੜਾ ਬਹੁਤਾ ਘੱਟ ਵੀ ਹੋਵੇ ਕੋਈ ਗੱਲ ਨਹੀਂ, ਕਹਿਣ ਦਾ ਭਾਵ ਤੁਹਾਡੇ ਤੋਂ ਅੱਗੇ ਹੋਵੇ। ਕਈ ਸੰਤ ਮਹਾਤਮਾ ਐਸੇ ਵੀ ਹੁੰਦੇ ਨੇ, ਨਾਲ ਨਾਲ ਆਪ ਵੀ ਤੁਰੇ ਜਾਂਦੇ ਨੇ, ਨਾਲ ਆਪਦੇ ਪਿਆਰਿਆਂ ਨੂੰ, ਮਿੱਤਰਾਂ ਨੂੰ ਵੀ ਤੋਰੀ ਜਾਂਦੇ ਨੇ, ਆਪਦਿਆਂ ਨੂੰ ਵੀ ਤੋਰੀ ਜਾਂਦੇ ਨੇ। ਹੁਣ ਉੱਥੇ ਜਾ ਕੇ ਫਿਰ ਤੁਹਾਡੇ ਅੰਤःਕਰਨ ਦੀ ਮੈਲ ਤਾਂ ਧੁੱਪੇਗੀ ਜੇ ਤੁਸੀਂ ਯਤਨ ਕਰੋਗੇ। ਕਿਸੇ ਦੂਜੇ ਦੇ ਯਤਨ ਨਾਲੇ ਨਹੀਂ ਧੁੱਪਣੀ। ਕਿੰਨਾ ਵੀ ਕੋਈ ਸੰਤ ਬ੍ਰਹਮ ਗਿਆਨੀ ਯਤਨ ਕਰੀ ਜਾਏ, ਹੁਣ ਤੁਹਾਡੇ ਅੰਦਰ ਦੀ ਮੈਲ ਬ੍ਰਹਮ ਗਿਆਨੀ ਕਿੱਦਾਂ ਧੋਏਗਾ? ਉਹ ਸ਼ਬਦ ਨੂੰ ਅੰਦਰ ਤਾਂ ਤੁਸੀਂ ਲੈ ਕੇ ਜਾਓਗੇ, ਯਤਨ ਤਾਂ ਤੁਸੀਂ ਕਰੋਗੇ। ਇਹ ਫਿਰ ਅੱਗੇ ਸ਼ਬਦ ਨੇ ਰੂਪ ਬਦਲਨੇ ਨੇ ਹਲੇ ਅੰਤःਕਰਨ ਨੂੰ ਧੋਣ ਦੇ। ਹਲੇ ਤਾਂ ਇਹ ਜਿਹੜਾ ਰੂਪ ਹੈ ਇਹ ਪ੍ਰਤੱਖ ਰੂਪ ਹੈ, ਮਤਲਬ ਬੋਲ ਕੇ। ਇਸ ਰੂਪ ਨੇ ਅੱਗੇ ਫਿਰ ਸ਼ਾਂਤ ਹੋਣਾ ਹੈ। ਇਹ ਸ਼ਬਦ ਨੇ ਇੱਕ ਸਾਊਂਡ ਬਣ ਕੇ, ਅਜੱਪਾ ਬਣ ਕੇ ਅੰਦਰ ਚੱਲਣਾ ਹੈ, ਦੂਜਾ ਰੂਪ ਧਾਰਨ ਕਰਨਾ ਹੈ। ਫਿਰ ਇਹਨੇ ਤੀਜਾ ਰੂਪ ਧਾਰਨ ਕਰਨਾ ਹੈ। ਇਹ ਤੁਹਾਡੀ ਲੋੜ ਨਹੀਂ ਪੈਣੀ। ਫਿਰ ਇਹ ਜਿਸ ਸਹਾਰੇ ਤੇ ਬ੍ਰਹਮ ਖੜਾ ਹੈ, ਜਿਹੜਾ ਬ੍ਰਹਮ ਦੇ ਘਰ ਦੇ ਵਿੱਚੋਂ ਸ਼ਬਦ ਦੀ ਆਵਾਜ਼ ਆ ਰਹੀ ਹੈ, ਉਹ ਨਾਦ ਫਿਰ ਤੁਹਾਨੂੰ ਸੁਣਨਾ ਹੈ, ਫਿਰ ਉਹਨੂੰ ਸੁਣਨਾ ਹੈ। ਇਸੇ ਤਰ੍ਹਾਂ ਤੁਹਾਡੀ ਹੌਲੀ ਹੌਲੀ ਮੈਲ ਕਟੀਂਦੀ ਜਾਏਗੀ ਔਰ ਤੁਸੀਂ ਫਿਰ ਘਰ ਦੇ ਨੇੜੇ ਹੁੰਦੇ ਜਾਓਗੇ, ਫਿਰ ਘਰ ਦੇ ਨੇੜੇ ਹੁੰਦੇ ਜਾਓਗੇ। ਉਹ ਜਿਹੜਾ ਤੁਹਾਡਾ ਸਦੀਵ ਕਾਲ ਘਰ ਹੈ ਨਾ, ਜਿਹੜਾ ਤੁਹਾਡੇ ਤੋਂ ਵਿਛੜ ਚੋਟਾਂ ਖਾਂਦੇ ਪਏ ਹੋ, ਤੁਸੀਂ ਉਸ ਘਰ ਤੋਂ ਬਾਹਰ ਹੋ ਗਏ ਹੋ ਤੇ ਅੱਜ ਤੁਸੀਂ ਲੋਕਾਂ ਦੇ ਤਾਨੇ ਮਿਹਣੇ ਠੁੱਡੇ ਵਾਰ-ਵਾਰ ਜੰਮੇ ਫਿਰ ਮਰੇ ਸ਼ਬਦ ਹੈ ਜਿਵੇਂ ਪਿਆ ਦੇਸ਼ ਲੰਮੇ, ਵੀ ਜਿਹੜਾ ਲੰਮੇ ਪੈਂਡਿਆਂ ਤੇ ਪੈ ਗਿਆ, ਪਤਾ ਹੀ ਨਹੀਂ ਹੁਣ ਦੁਬਾਰਾ ਕਦੋਂ ਮਨੁੱਖਾ ਜਾਮਾ ਮਿਲਣਾ ਤੇ ਕਦੋਂ ਕਹਾਣੀਆਂ ਦੁਬਾਰਾ ਬਣਨੀਆਂ ਨੇ ਤੇ ਕਦੋਂ ਬ੍ਰਹਮ ਦੀ ਪ੍ਰਾਪਤੀ ਹੋਣ ਦਾ ਅਵਸਰ ਮਿਲਣਾ। ਪੌੜੀ ਛੁਟਕੀ ਹੱਥ ਨਾ ਆਈ ਡਿੱਗਿਆ, 100 ਡੰਡੇ ਸੀ 100 ਤੇ ਉੱਤੇ 99 ਤੇ ਪਹੁੰਚ ਗਿਆ ਸੀ, 98 ਤੇ ਇੱਕ ਡੰਡਾ ਰਹਿ ਗਿਆ ਸੀ, ਹੱਥ ਛੁੱਟ ਗਿਆ, ਪਿਆ ਹੀ ਨਹੀਂ ਹੱਥ ਥੱਲੇ। ਇਸ ਬਚਨ ਨੂੰ ਸਮਝਣਾ, ਇਹ ਮੈਲ ਤੁਹਾਨੂੰ ਆਪ ਧੋਣੀ ਪੈਣੀ ਹੈ, ਇਹ ਮੈਲ ਤੁਸੀਂ ਧੋਣੀ ਹੈ। ਇਹ ਕੌਣ ਦੱਸ ਰਿਹਾ? ਸਤਿਗੁਰੂ। ਇਹ ਕੌਣ ਦੱਸ ਰਹੀ ਹੈ? ਗੁਰਬਾਣੀ। ਗੁਰਬਾਣੀ ਚ ਕੌਣ ਬੋਲ ਰਿਹਾ? ਗੁਰੂ, ਸੰਤ, ਮਹਾਤਮਾ, ਬ੍ਰਹਮ ਗਿਆਨੀ ਬੋਲ ਰਹੇ। ਔਰ ਸਾਰੀ ਬਾਣੀ ਇੱਕ ਦੂਜੇ ਦੀ ਗਵਾਹੀ ਭਰ ਰਹੀ ਹੈ, ਸਾਰੇ ਮਹਾਤਮਾ ਦੀ ਗਵਾਹੀ ਭਰ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਭਾਵੇਂ ਬਾਅਦ ਵਿੱਚ ਹੋਈ, ਪਰ ਉਸ ਤੋਂ ਪਹਿਲਾਂ ਜਿੰਨੇ ਵੀ ਸੰਤ ਮਹਾਤਮਾ ਹੋਏ ਜਿਨ੍ਹਾਂ ਨੇ ਸੱਤ ਕਮਾਇਆ, ਜਿਹੜੇ ਗੁਰੂ ਅਰਜਨ ਦੇਵ ਦੀ ਮਹਾਰਾਜ ਦੀ ਸਮਝ ਚ ਆ ਗਏ ਕਿ ਹਾਂ ਇਹਨਾਂ ਨੇ ਸੱਚ ਬੋਲਿਆ, ਇਹੀ ਰਸਤਾ ਸੀ, ਉਹਨਾਂ ਸਾਰਿਆਂ ਨੂੰ ਮਾਣ ਦਿੱਤਾ, ਸਭ ਨੂੰ ਬੁਲਾ ਕੇ ਬਿਠਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ। ਔਰ ਜਿਨ੍ਹਾਂ ਨੂੰ ਨਹੀਂ ਬਿਠਾ ਸਕੇ, ਜਿਨ੍ਹਾਂ ਦੇ ਆਪਦੇ ਗ੍ਰੰਥ ਪਹਿਲਾਂ ਬਣ ਚੁੱਕੇ ਸੀ, ਉਹਨਾਂ ਨੂੰ ਮਾਨਤਾ ਦਿੱਤੀ, ਉਹਨਾਂ ਦਾ ਨਾਮ ਲਿਆ, ਚੰਗੇ ਨੂੰ ਚੰਗਾ ਤੇ ਬੁਰੇ ਨੂੰ ਬੁਰਾ ਕਿਹਾ, ਭਾਵੇਂ ਕੋਈ ਵੀ ਘਟਨਾ ਹੈ। ਰਾਮ ਜੀ ਦਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ, ਰਾਵਣ ਦਾ ਜ਼ਿਕਰ ਆਇਆ, 1 ਲੱਖ ਪੂਤ 1.25 ਲੱਖ ਨਾਤੀ, ਕਹਿ ਰਾਵਣ ਕਰ ਦਿਆ ਨਾ ਬਾਤੀ, ਜ਼ਿਕਰ ਆਇਆ, ਮਾਨਤਾ ਦਿੱਤੀ ਹੈ ਨਾ ਕਿ ਹਾਂ ਹੋਏ ਹੈ। ਕਈ ਲੋਕ ਕਹਿ ਦਿੰਦੇ ਤਾਂ ਮਿਥਿਆਸ ਹੈ ਜੀ, ਜੇ ਮਿਥਿਆਸ ਹੈ ਤੇ ਗੁਰਬਾਣੀ ਚ ਕਿਵੇਂ ਆ ਗਿਆ? ਗੁਰਬਾਣੀ ਮਿਥਿਆਸ ਨੂੰ ਲਿਖਦੀ ਹੈ ਕਦੇ? ਆਪਣੇ ਆਪ ਨੂੰ ਵੱਡਾ ਨਹੀਂ ਕਹੀਦਾ, ਦੂਜੇ ਨੂੰ ਛੋਟਾ ਕਰਕੇ ਤੁਸੀਂ ਵੱਡੇ ਨਹੀਂ ਹੋਵੋਗੇ, ਤੁਸੀਂ ਆਪਣੇ ਆਪ ਵੱਡੇ ਹੋਵੋਗੇ।
ਦੂਜੇ ਨੂੰ ਛੋਟਾ ਵਿਖਾ ਕੇ ਤੁਸੀਂ ਵੱਡਾ ਹੋਣ ਦੀ ਕੋਸ਼ਿਸ਼ ਕਰ ਰਹੇ ਹੋ, ਧਰਮ ਦੇ ਨਿਯਮ ਦੀ ਉਲੰਘਣਾ ਕਰ ਰਹੇ ਹੋ। ਆਪਣਾ ਕੱਦ ਆਪ ਵਧਾਓ, ਵੱਡੇ ਹੋਵੋ। ਸਾਰੇ ਜਗਤ ਨੂੰ, ਸਾਰੇ ਜਿਵੇਂ ਗੁਰੂਆਂ ਨੇ ਸਾਰੇ ਸੰਸਾਰ ਨੂੰ ਕਲੇਵੇ ਚ ਲਿਆ, ਉਹਨਾਂ ਕੇ ਘਰ ਸਭ ਦਾ ਸਾਂਝਾ ਹੈ, ਸੰਭੇ ਸਾਜੀ ਵਾਲ ਸਦਾਇਨ, ਇਹ ਤਾਂ ਸਾਰਿਆਂ ਦਾ ਘਰ ਹੈ। ਸਾਰੇ ਆਓ, ਆਓ ਬ੍ਰਹਮ ਨਾਲ ਜੁੜ ਜਾਓ। ਜਿਹਨੂੰ ਭਾਸ਼ਾ ਨਹੀਂ ਸਮਝ ਆਉਂਦੀ, ਜਿਹਨੂੰ ਕੋਈ ਹੋਰ ਗ੍ਰੰਥ ਨਹੀਂ ਸਮਝ ਆਉਂਦਾ, ਇੱਥੋਂ ਸਮਝ ਲਓ। ਬੜਾ ਨਰੋਲ ਕਰਕੇ ਲਿਖੀ ਹੈ। ਤੇ ਦੂਜਾ ਬਚਨ ਹੈ, ਪਹਿਲਾ ਬਾਣੀ ਨੂੰ ਸਮਝਣਾ ਤੇ ਦੂਜਾ ਇਹਨੂੰ ਕੰਪਾਉਣਾ। ਇਹੀ ਸਤਿਗੁਰੂ ਤੁਹਾਨੂੰ ਉਪਦੇਸ਼ ਕਰ ਰਿਹਾ ਹੈ, ਇਹੀ ਬਖਸ਼ਿਸ਼ ਹੋ ਰਹੀ ਹੈ। ਔਰ ਇਹ ਬਖਸ਼ਿਸ਼ ਤੁਹਾਨੂੰ ਸਦੀਵ ਕਾਲ ਹੁੰਦੀ ਰਹਿਣੀ ਹੈ। ਅੱਜ ਸਮਝੋ, ਕੱਲ ਸਮਝੋ, ਪਰਸੋਂ ਸਮਝੋ, ਸਮਾਂ ਤੁਹਾਡਾ ਹੈ। ਜਿੰਨੀ ਛੇਤੀ ਸੰਭਾਲ ਲਓਗੇ ਉਨੀ ਛੇਤੀ ਮੰਜ਼ਿਲ ਪ੍ਰਾਪਤ ਕਰੋਗੇ। ਸਮਾਂ ਆਪਦੀ ਕਰਵਟ ਬਦਲਦਾ ਰਹਿੰਦਾ ਹੈ। ਜਿਹੜੇ ਸੰਜੋਗ ਬਣਦੇ ਨੇ ਨਾ, ਇਹ ਬੜੇ ਔਖੇ ਬਣਦੇ ਨੇ। ਕਈ ਵਾਰੀ ਸੰਜੋਗ ਹੱਥੋਂ ਨਿਕਲ ਜਾਏ, ਜਦੋਂ ਤੱਕ ਨਵਾਂ ਸੰਜੋਗ ਬਣਦਾ ਉਦੋਂ ਤੱਕ ਕਹਾਣੀ ਕੁਝ ਹੋਰ ਬਣ ਚੁੱਕੀ ਹੁੰਦੀ। ਇਹ ਦੇਖਿਆ ਅਸੀਂ, ਇਹ ਦੇਖਿਆ। ਕਈ ਵਾਰੀ ਬਾਅਦ ਵਿੱਚ ਚੀਜ਼ ਨੂੰ ਫੜਨ ਲੱਗਿਆਂ ਬੜਾ ਯਤਨ ਕਰਨਾ ਪੈਂਦਾ ਹੈ, ਤੇ ਕਿਸੇ ਟਾਈਮ ਇਹ ਸਾਡੇ ਥੱਲੇ ਹੁੰਦੀ ਹੈ, ਸਾਡੇ ਕੋਲ ਹੁੰਦੀ ਹੈ। ਐਸਾ ਵੀ ਹੁੰਦਾ ਹੈ, ਕਿਉਂਕਿ ਸਮਾਂ ਹੈ ਨਾ, ਇਹ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ। ਇਸ ਕਰਕੇ ਅਵਸਰ ਮਿਲੇ, ਬਾਣੀ ਦੇ ਵਿੱਚੋਂ ਖੋਜ ਕਰੋ ਬ੍ਰਹਮ ਗਿਆਨ ਦੀ। ਜੇ ਸਮਝ ਆ ਜਾਏ ਤਾਂ ਉਹਨੂੰ ਤੁਰਤ ਪੈਰ ਅਪਣਾਉਣਾ ਸ਼ੁਰੂ ਕਰੋ। ਕੋਈ ਸੰਤ ਮਹਾਤਮਾ ਢੂੰਡੋ ਜਿਹੜਾ ਤੁਹਾਨੂੰ ਇਹ ਸੌਖੀ ਬਾਤ ਕਰਕੇ ਸਮਝਾ ਦੇ, ਤੁਹਾਡੇ ਜੀਵਨ ਦੇ ਵਿੱਚ ਬ੍ਰਹਮ ਗਿਆਨ ਦਾ ਜਿਹੜਾ ਪ੍ਰਵਾਹ ਚਲਾ ਦੇਵੇ, ਤੁਹਾਡਾ ਇਹ ਰਸਤਾ ਤੋਰ ਦੇਵੇ, ਫਿਰ ਕੰਮ ਸੌਖਾ ਹੈ। ਅੱਜ ਦੇ ਸਤਸੰਗ ਦੀ ਸਮਾਪਤੀ ਇੱਥੇ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਬੁਲਾਓ। ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।